ਲਾਡੀ ਦੇ ਕੇਸ ਦੇ ਵਿੱਚ ਇੱਕ ਵੱਡਾ ਸੱਚ ਬੇਨਕਾਬ ਹੋਇਆ ਹੈ। ਲਵਪ੍ਰੀਤ ਲਾਡੀ ਦੀ ਫੋਟੋ ਇੱਕ ਵਾਰੀ ਫਿਰ ਤੋਂ ਉਹਨਾਂ ਦੇ ਚਾਚਾ ਜੀ ਦੇ ਵੱਲੋਂ ਸ਼ੇਅਰ ਕੀਤੀ ਗਈ। ਇਸ ਦੇ ਵਿੱਚ ਇੱਕ ਕਮੈਂਟ ਆਇਆ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਲੋਕ ਇਹਨੂੰ ਵੀ ਭੁੱਲ ਗਏ। ਮਨਿੰਦਰ ਸਿੰਘ ਮੰਨਾ ਦੇ ਵੱਲੋਂ ਇਹ ਕਮੈਂਟ ਕੀਤਾ ਗਿਆ ਜਿਸ ਨੂੰ ਪੜ੍ਹ ਕੇ ਦੁੱਖ ਹੁੰਦਾ ਹੈ। ਮਹਿਸੂਸ ਹੁੰਦਾ ਹੈ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਵੱਡੀਆਂ ਗੱਲਾਂ ਨੂੰ ਸਿਰਫ ਖਬਰਾਂ ਦੇ ਤੌਰ ਤੇ ਹੀ ਸੁਣਦੇ ਨੇ ਅਤੇ ਬਾਅਦ ਦੇ ਵਿੱਚ ਭੁੱਲ ਜਾਂਦੇ ਨੇ। ਬਹੁਤੇ ਲੋਕਾਂ ਦੇ ਵੱਲੋਂ ਇਹੀ ਪੁੱਛਿਆ ਜਾ ਰਿਹਾ ਹੈ ਕਿ ਇਸ ਕੇਸ ਦਾ ਕੀ ਬਣਿਆ। ਇਸ ਕੇਸ ਨੂੰ ਚੱਲਦੇ ਹੋਏ ਕਾਫੀ ਸਮਾਂ ਹੋ ਗਿਆ ਹੈ। ਪਤਾ ਨਹੀਂ ਕੇਸ ਅਦਾਲਤਾਂ ਤੱਕ ਪਹੁੰਚਿਆ ਵੀ ਹੈ ਜਾਂ ਫਿਰ ਨਹੀਂ। ਇਸ ਬਹਿਸ ਦੇ ਵਿੱਚ ਪੈਣ ਨਾਲੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਅਜਿਹੇ ਕਦਮ ਚੁੱਕਣੇ ਕਿੰਨੇ ਕੁ ਸਹੀ ਨੇ। ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਮੈਂਟ ਕੀਤੇ ਗਏ ਨੇ। ਆਓ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕਰਮਜੀਤ ਸਿੰਘ ਮਾਨ ਲਿਖਦੇ ਨੇ ਕਿ ਜਦੋਂ ਇਨਸਾਫ ਮੰਗਦੇ ਲੋਕ ਸੌਦਾ ਕਰ ਜਾਣ। ਜਸਮੈਲ ਸਿੱਧੂ ਨੇ ਲਿਖਿਆ ਕਿ ਇਨਸਾਫ ਮਿਲਣਾ ਚਾਹੀਦਾ ਹੈ। ਸਭ ਤੋਂ ਪਹਿਲਾ ਕਮੈਂਟ ਅਭਿਜੋਤ ਦਾ ਆਇਆ ਜਿਸ ਨੇ ਲਿਖਿਆ ਕਿ ਲਾਡੀ ਨੇ ਮੁੜ ਕੇ ਨਹੀਂ ਆਉਣਾ। ਦੁੱਖ ਸਾਨੂੰ ਵੀ ਬਹੁਤ ਹੈ। ਤੁਹਾਡਾ ਤਾਂ ਅੰਗ ਸੀ। ਤੁਹਾਡੇ ਤੇ ਜੋ ਬੀਤੀ ਆ ਅਸੀਂ ਸੋਚ ਵੀ ਨਹੀਂ ਸਕਦੇ। ਇਹ ਪੋਸਟ ਸਿਰਫ ਕਿਤਾਬਾਂ ਦੇ ਵਿੱਚ ਸੋਹਣੀ ਲੱਗਦੀ ਹੈ। ਅਸਲ ਜ਼ਿੰਦਗੀ ਦੇ ਵਿੱਚ ਆਪਣੇ ਵਿਛੜਿਆਂ ਦਾ ਦੁੱਖ ਘੁਣ ਵਾਂਗ ਖਾ ਜਾਂਦਾ ਹੈ। ਬੇਸ਼ੱਕ ਬੇਅੰਤ ਕੌਰ ਨੂੰ ਫਾਂਸੀ ਲੱਗ ਜਾਵੇ ਪਰ ਲਾਡੀ ਤਾਂ ਹੁਣ ਕਿਸੇ ਹਿੱਲੇ ਵੀ ਨਹੀਂ ਮੁੜਨਾ। ਮੁਹੰਮਦ ਅਬਦੁੱਲਾ ਦੇ ਵੱਲੋਂ ਵੀ ਕਮੈਂਟ ਕੀਤਾ ਗਿਆ ਕਿ ਬਾਈ ਜੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਇੱਥੇ ਉਹ ਇਨਸਾਫ ਲਿਖਣਾ ਚਾਹੁੰਦੇ ਸੀ। ਇਨਸਾਫ ਜ਼ਰੂਰ ਹੋਵੇਗਾ ਬਾਈ ਜੀ, ਦੁਆ ਕਰੋ ਸਾਰੇ ਜਾਣੇ। ਇਹਨਾਂ ਦੇ ਹੀ ਉੱਤਰ ਦੇ ਵਿੱਚ ਪਰਵਿੰਦਰ ਸਿੰਘ ਨੇ ਲਿਖਿਆ ਕਿ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਹਰਜਿੰਦਰ ਸਿੰਘ ਲਿਖਦੇ ਨੇ ਕਿ ਬਿਲਕੁਲ ਜੀ, ਲਾਡੀ ਵਾਲਾ ਕੰਮ ਬਹੁਤ ਲੋਕਾਂ ਦੇ ਨਾਲ ਹੋਇਆ। ਜਦੋਂ ਆਪਾਂ ਲਾਲਚ ਦੇ ਵਿੱਚ ਆ ਕੇ ਬਿਨਾਂ ਦੇਖੇ ਪਰਖੇ ਰਿਸ਼ਤਾ ਜੋੜਦੇ ਹਾਂ ਇਹੋ ਹਾਲ ਹੁੰਦਾ ਹੈ। ਮਾੜਾ ਰਿਸ਼ਤਾ ਜ਼ਹਿਰੀਲੇ ਗੰਦਲੇ ਪਾਣੀ ਵਰਗਾ ਹੁੰਦਾ ਹੈ ਜਿਸ ਦੇ ਵਿੱਚ ਮੱਛੀ ਤੜਫ ਕੇ ਮਰ ਜਾਂਦੀ ਹੈ ਅਤੇ ਮਗਰਮੱਛ ਬਾਹਰ ਨਿਕਲ ਆਉਂਦਾ ਹੈ। ਬਹੁਤ ਹੀ ਡੂੰਘਾਈ ਦੇ ਨਾਲ ਇਹਨਾਂ ਕੁਝ ਹੀ ਲਾਈਨਾਂ ਦੇ ਵਿੱਚ ਪੂਰੇ ਦਾਸਤਾਨ ਨੂੰ ਬਿਆਨ ਕਰ ਦਿੱਤਾ ਗਿਆ। ਮੁਖਾਨ ਸਿੰਘ ਮਾਨ ਲਿਖਦੇ ਨੇ ਕਿ ਬਾਈ ਕੇਸ ਦਾ ਜੇ ਬਣ ਵੀ ਗਿਆ ਇਕਲੌਤਾ ਮੁੰਡਾ ਵਾਪਸ ਥੋੜਾ ਆਉਣਾ। ਕੁੜੀਆਂ ਪਿੱਛੇ ਕੋਈ ਵੀ ਪੁੱਤ ਐਦਾਂ ਨਾ ਕਰੇ। ਆਪਣੇ ਮਾਂ-ਬਾਪ ਦੇ ਵੱਲ ਜ਼ਰੂਰ ਦੇਖੇ। ਆਪਣੀ ਜ਼ਿੰਦਗੀ ਜਿਉਂ ਕੇ ਦਿਖਾਵੇ। ਵਾਹਿਗੁਰੂ ਹਮੇਸ਼ਾ ਸਾਥ ਦੇਵੇਗਾ। ਧੋਖਾ ਕਰਨ ਵਾਲਾ ਆਪਣੀ ਸਜ਼ਾ ਆਪ ਭੁਗਤੇਗਾ। ਇਹ ਹਰਦੀਪ ਕੌਰ ਦੇ ਵੱਲੋਂ ਲਿਖਿਆ ਗਿਆ। ਬਿੰਦਰ ਸਿੰਘ ਦੇ ਵੱਲੋਂ ਲਿਖਿਆ ਗਿਆ ਵਾਹਿਗੁਰੂ ਜੀ। ਸੋਨੀ ਸਿੰਘ ਦੇ ਵੱਲੋਂ ਇਹੀ ਪੁੱਛਿਆ ਗਿਆ ਕਿ ਕੇਸ ਦਾ ਕੀ ਬਣਿਆ। ਰਜਨੀ ਗਰਗ ਲਿਖਦੇ ਨੇ ਕਿ ਲਾਡੀ ਨੂੰ ਜੀ ਕੇ ਵਿਖਾਣਾ ਚਾਹੀਦਾ ਸੀ ਤੇ ਆਪਣੇ ਮਾਂ-ਬਾਪ ਬਾਰੇ ਸੋਚਣਾ ਸੀ ਤੇ ਖੌਫਨਾਕ ਕਦਮ ਨਹੀਂ ਸੀ ਚੁੱਕਣਾ ਚਾਹੀਦਾ। ਬੇਅੰਤ ਦਾ ਕੀ ਗਿਆ ਪਰ ਭਗਵਾਨ ਉਹਨੂੰ ਜ਼ਰੂਰ ਇਹੋ ਜਿਹੀ ਸਜ਼ਾ ਦੇਵੇਗਾ ਜੋ ਕਿ ਉਹਨੇ ਕਦੇ ਸੋਚੀ ਵੀ ਨਹੀਂ ਹੋਣੀ। ਪਰਮਜੀਤ ਧਾਲੀਵਾਲ ਪੁੱਛਦੇ ਨੇ ਕਿ ਕੇਸ ਦਾ ਕੀ ਬਣਿਆ। ਚਮਕੌਰ ਵੀ ਲਿਖਦੇ ਨੇ ਵਾਹਿਗੁਰੂ ਜੀ। ਜਗਦੀਪ ਦੇ ਵੱਲੋਂ ਪੁੱਛਿਆ ਗਿਆ ਵੀਰ ਜੀ ਕੇਸ ਦੀ ਅਪਡੇਟ ਦੇਵੋ। ਮੋਨਿਕਾ ਭਗਤਾ ਵੀ ਲਿਖਦੇ ਨੇ ਕਿ ਕੀ ਬਣਿਆ ਬੇਅੰਤ ਕੌਰ ਦਾ। ਗੁਰਦੇਵ ਸਿੰਘ ਨੇ ਲਿਖਿਆ ਕਿ ਬਹੁਤ ਬੁਰਾ ਹੋਇਆ ਜੀ। ਮੰਨਾ ਮਾਲੀ ਵੀ ਲਿਖਦੇ ਨੇ ਸੋ ਸੈਡ। ਬੀਰਬਲ ਸਿੰਘ ਸਰਪੰਚ ਲਿਖਦੇ ਨੇ ਕਿ ਕੇਸ ਦੀ ਸੁਣਵਾਈ ਹੋਈ ਹੈ ਜਾਂ ਫਿਰ ਨਹੀਂ। ਹੈਪੀ ਸੰਗਾ ਪੁੱਛਦੇ ਨੇ ਵੀਰ ਜੀ ਕੇਸ ਦੀ ਅਪਡੇਟ ਦੇਵੋ। ਬਾਈ ਕੀ ਬਣਿਆ ਕੇਸ ਦਾ। ਵਾਹਿਗੁਰੂ ਜੀ ਕੀ ਬਣਿਆ ਕੇਸ ਦਾ। ਇਹੀ ਬਾਰ-ਬਾਰ ਕਮੈਂਟ ਇੱਕ ਨਹੀਂ ਸਗੋਂ ਕਾਫੀ ਵਿਅਕਤੀਆਂ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਹੈਪੀ ਸੰਗਾ, ਵਿੱਕੀ ਬੱਸੀ ਅਤੇ ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਨਾਮ ਸ਼ਾਮਿਲ ਨੇ। ਗਿੱਲ ਦੇ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈ ਕਿ ਹੌਸਲਾ ਰੱਖੋ ਵੀਰ ਜੀ, ਪਰਮਾਤਮਾ ਨੇ ਆਪੇ ਲੈ ਕੇ ਆਉਣਾ ਉਹਨੂੰ ਇੱਥੇ। ਜੇ ਤੁਹਾਡੇ ਹਾਸੇ ਖੋਇਆ ਤਾਂ ਸੁਖੀ ਉਹ ਵੀ ਨਹੀਂ ਰਹਿੰਦੀ। ਸਤਵਿੰਦਰ ਸਹੋਤਾ ਵੀ ਇਹੀ ਪੁੱਛਦੇ ਨੇ ਕਿ ਕੇਸ ਦਾ ਕੀ ਬਣਿਆ। ਅਜੇਪਾਲ ਸਿੰਘ ਨੇ ਵੀ ਇਹੀ ਪੁੱਛਿਆ ਕਿ ਕੇਸ ਦਾ ਆਖਿਰਕਾਰ ਬਣਿਆ ਕੀ ਹੈ। ਤਾਂ ਲਾਡੀ ਨੂੰ ਇਨਸਾਫ ਦਿਵਾਉਣ ਦੇ ਲਈ ਜਿੱਥੇ ਲੋਕਾਂ ਦੇ ਵੱਲੋਂ ਪੁਰਜ਼ੋਰ ਦਾ ਲੱਗਿਆ ਹੋਇਆ ਸੀ, ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਇਹ ਮਾਮਲਾ ਉਹਨਾਂ ਦੇ ਨਾਲ ਵੀ ਜੁੜਿਆ ਹੋਇਆ ਸੀ। ਉਹਨਾਂ ਦੇ ਕੋਈ ਘਰ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਨਾਲ ਵੀ ਅਜਿਹਾ ਧੋਖਾ ਹੋਇਆ ਸੀ ਕਿ ਕੁੜੀਆਂ ਜਾਂ ਫਿਰ ਮੁੰਡੇ ਧੋਖਾ ਕਰਕੇ ਬਾਹਰ ਚਲੇ ਗਏ ਸਨ। ਬਾਅਦ ਦੇ ਵਿੱਚ ਹਾਲਾਂਕਿ ਹੁਣ ਸਮਝੌਤੇ ਹੋਣੇ ਸ਼ੁਰੂ ਹੋ ਗਏ ਸਨ, ਪੈਸੇ ਵਾਪਸ ਮੁੜ ਰਹੇ ਸਨ। ਪਰ ਇਸ ਤੋਂ ਬਾਅਦ ਵੀ ਜੇਕਰ ਦੇਖਿਆ ਜਾਵੇ ਤਾਂ ਲਵਪ੍ਰੀਤ ਲਾਡੀ ਅਤੇ ਬੇਅੰਤ ਕੌਰ ਕੇਸ ਦੇ ਵਿੱਚ ਆਖਿਰਕਾਰ ਬਣਿਆ ਕੀ। 302 ਤੱਕ ਦੀ ਧਾਰਾ ਲੱਗ ਚੁੱਕੀ ਹੈ ਬੇਅੰਤ ਕੌਰ ਤੇ, ਪਰ ਉਸਦੇ ਮਾਪਿਆਂ ਨੂੰ ਇਸ ਸਾਰੇ ਕੇਸ ਦੇ ਵਿੱਚ ਇਨਵੋਲਵ ਨਹੀਂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਜਲਦ ਹੀ ਕੋਈ ਕਾਰਵਾਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਸਾਰੇ ਮਾਮਲੇ ਨੂੰ
ਕੈਨੇਡਾ ਦੇ ਵਿੱਚ ਵੀ ਰਹਿ ਰਹੇ ਇੱਕ ਵਕੀਲ ਦੇ ਵੱਲੋਂ ਦੇਖਿਆ ਜਾ ਰਿਹਾ ਸੀ ਅਸ਼ੋਕ ਅਰੋੜਾ ਜੀ ਦੇ ਵੱਲੋਂ, ਜਿਨ੍ਹਾਂ ਨੇ ਖਾਸ ਤੌਰ ਤੇ ਡੂੰਘਾਈ ਦੇ ਨਾਲ ਪੂਰੀ ਜਾਂਚ ਪੜਤਾਲ ਕੀਤੀ ਸੀ। ਪੁਖਤਾ ਸਬੂਤ ਉਹਨਾਂ ਦੇ ਕੋਲ ਸਨ ਅਤੇ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਲਦ ਹੀ ਬੇਅੰਤ ਕੌਰ ਵਾਪਸ ਆਵੇਗੀ। ਉਹਨਾਂ ਨੇ ਇਸ ਗੱਲ ਦੀ ਗਰੰਟੀ ਵੀ ਲਈ ਸੀ ਕਿ 100% ਉਹ ਵਾਪਸ ਆਵੇਗੀ। ਹਾਲਾਂਕਿ ਉਹਨਾਂ ਨੇ ਉਸੇ ਸਮੇਂ ਹੀ ਇਹ ਗੱਲ ਵੀ ਸਾਫ਼ ਕਰ ਦਿੱਤੀ ਸੀ ਕਿ ਇਸ ਮਾਮਲੇ ਦੇ ਵਿੱਚ ਸਮਾਂ ਜ਼ਰੂਰ ਲੱਗ ਸਕਦਾ ਹੈ, ਇੱਕ ਲੰਬੀ ਪ੍ਰਕਿਰਿਆ ਚੱਲ ਸਕਦੀ ਹੈ, ਪਰ ਅੰਤ ਦੇ ਵਿੱਚ ਜਾ ਕੇ ਬਿਲਕੁਲ ਇਨਸਾਫ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ, ਜਿਸ ਤਰ੍ਹਾਂ ਦੇ ਨਾਲ ਉਹ ਚਾਹ ਰਹੇ ਸਨ। ਕਿਉਂਕਿ ਬੇਅੰਤ ਕੌਰ ਦੀ ਐਪਲੀਕੇਸ਼ਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਪਾਈਆਂ ਗਈਆਂ ਸਨ, ਜਿਵੇਂ ਕਿ ਉਸਨੇ ਡਾਕੂਮੈਂਟੇਸ਼ਨ ਦੇ ਵਿੱਚ ਲਿਖਤ ਦੇ ਵਿੱਚ ਗੜਬੜੀ ਕੀਤੀ ਸੀ ਤੇ ਉਸ ਨੂੰ ਹੁਣ ਸੁਧਾਰਿਆ ਵੀ ਕਿਸੇ ਹਾਲ ਨਹੀਂ ਜਾ ਸਕਦਾ। ਉਹ ਗਲਤੀਆਂ ਸਾਰੀਆਂ ਫੜ ਲਈਆਂ ਗਈਆਂ ਸਨ ਅਤੇ ਉਹਨਾਂ ਦੇ ਆਧਾਰ ਤੇ ਹੀ ਉਸਦੀ ਡੈਪੂਟੇਸ਼ਨ ਦੀ ਗੱਲ ਵੀ ਕੀਤੀ ਜਾ ਰਹੀ ਸੀ। ਬਾਹਰਲੇ ਦੇਸ਼ ਦੇ ਵਿੱਚ ਹੋਣ ਕਰਕੇ ਇਸ ਦੀ ਪ੍ਰਕਿਰਿਆ ਦੇ ਵਿੱਚ ਆਮ ਦੇ ਨਾਲੋਂ ਥੋੜਾ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਤੁਹਾਨੂੰ ਯਾਦ ਹੋਣਾ ਹੈ ਉਹ ਕੇਸ ਵੀ ਜਿਸ ਦੇ ਵਿੱਚ 16 ਸਾਲ ਬਾਅਦ ਇਨਸਾਫ ਹੋਇਆ ਸੀ ਅਤੇ ਉਮੀਦ ਕਰਦੇ ਹਾਂ ਕਿ ਲਵਪ੍ਰੀਤ ਲਾਡੀ ਦੇ ਮਾਮਲੇ ਦੇ ਵਿੱਚ ਵੀ ਜਲਦ ਹੀ ਇਨਸਾਫ ਹੋਵੇਗਾ। ਕੁਝ ਸਮੇਂ ਪਹਿਲਾਂ ਆਈਆਂ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੀਆਂ ਵੀਡੀਓਜ਼ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਬਾਹਰ ਰਹਿੰਦੇ ਵੀਰ ਭਾਈ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੂਫ, ਕੋਈ ਵੀਡੀਓ ਜਾਂ ਫਿਰ ਕੋਈ ਅਜਿਹੀ ਗੱਲਬਾਤ ਹੈ ਜਿਹੜੀ ਕਿ ਬੇਅੰਤ ਕੌਰ ਦੇ ਨਾਲ ਸੰਬੰਧਿਤ ਹੋਵੇ ਤਾਂ ਉਹਨਾਂ ਤੋਂ ਉਸ ਪ੍ਰੂਫ ਨੂੰ ਮੰਗਣ ਦੇ ਲਈ ਅਪੀਲ ਵੀ ਕੀਤੀ ਗਈ ਸੀ। ਪਿਛਲੇ ਦਿਨੀ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਬੇਅੰਤ ਕੌਰ ਨੂੰ ਦੇਖਿਆ ਗਿਆ ਸੀ ਇੱਕ ਵਾਈਨ ਸ਼ਾਪ ਤੇ ਸ਼ਰਾਬ ਖਰੀਦਦੇ ਹੋਏ ਉਸ ਨੂੰ ਦੇਖਿਆ ਗਿਆ ਸੀ ਅਤੇ ਇਸ ਤੋਂ ਇਲਾਵਾ ਬੇਅੰਤ ਕੌਰ ਨੂੰ ਲੈ ਕੇ ਇਹ ਖਬਰਾਂ ਵੀ ਆਈਆਂ ਸਨ ਕਿ ਉਸ ਦੀ ਸਿਹਤ ਠੀਕ ਨਹੀਂ ਸੀ ਅਤੇ ਉਹ ਡਾਕਟਰਾਂ ਦੇ ਕੋਲ ਲਗਾਤਾਰ ਜਾ ਰਹੀ ਸੀ। ਤਾਂ ਸਿਰਫ ਖਬਰਾਂ ਹੀ ਸਾਹਮਣੇ ਆਈਆਂ ਸਨ, ਪਰ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਸਾਹਮਣੇ ਆਈ ਤੇ ਨਾ ਹੀ ਕੋਈ ਤਸਵੀਰ ਜਾਂ ਫਿਰ ਵੀਡੀਓ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਸਕੀ ਹੈ। ਇਹ ਕੇਸ ਜਿਉਂ ਦਾ ਤਿਉਂ ਬਣਿਆ ਹੋਇਆ ਅਤੇ ਜਿਵੇਂ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਤੱਕ ਕੋਈ ਅਪਡੇਟ ਨਹੀਂ ਆ ਜਾਂਦੀ ਉਹ ਵੀ ਸਾਹਮਣੇ ਆ ਕੇ ਕੁਝ ਵੀ ਬਾਰ-ਬਾਰ ਨਹੀਂ ਦੱਸ ਸਕਦੇ, ਕਿਉਂਕਿ ਇਸ ਕੇਸ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਅਪਡੇਟ ਇਹੀ ਹੈ ਕਿ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਵਕੀਲਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸ਼ੋਕ ਅਰੋੜਾ ਤੇ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਭਰੋਸਾ ਹੈ ਕਿ ਉਹ ਬਾਹਰ ਬੈਠੇ ਨੇ, ਸਾਰੇ ਕਾਨੂੰਨੀ ਦਾਅ ਪੇਚ ਉਹ ਜਾਣਦੇ ਨੇ, ਸਭ ਕੁਝ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਪੂਰਾ ਕੇਸ ਪੜ੍ਹਨ ਤੋਂ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਸਨ ਕਿ ਬੇਅੰਤ ਕੌਰ ਦੀ ਫਾਈਲ ਦੇ ਵਿੱਚ ਕੁਝ ਗਲਤੀਆਂ ਨੇ, ਜਿਸ ਦੇ ਆਧਾਰ ਤੇ ਉਸ ਨੂੰ ਬਿਲਕੁਲ ਡਿਪੋਰਟ ਕੀਤਾ ਜਾਵੇਗਾ ਤੇ ਜਲਦ ਹੀ ਬੇਅੰਤ ਕੌਰ ਨੂੰ ਡਿਪੋਰਟ ਹੋਣ ਦਾ ਜਿਹੜਾ ਦਾਅਵਾ ਕੀਤਾ ਗਿਆ ਸੀ, ਭਰੋਸਾ ਦਿੱਤਾ ਗਿਆ ਸੀ, ਕਿਹਾ ਸੀ ਇਹ ਜਲਦ ਹੀ ਅਮਲ ਦੇ ਵਿੱਚ ਵੀ ਲਿਆਂਦਾ ਜਾਵੇਗਾ। ਲੋਕਾਂ ਦੀ ਇਹ ਮੰਗ ਸੀ ਕਿ ਉਸ ਨੂੰ ਡਿਪੋਰਟ ਹੋਣਾ ਚਾਹੀਦਾ ਹੈ, ਕਿਉਂਕਿ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਉਸਦੇ ਪਰਿਵਾਰ ਦੇ ਪੈਸੇ ਲੱਗੇ ਸਨ, ਜਿਸ ਕਰਕੇ ਉਹ ਬਾਹਰ ਗਈ ਸੀ। ਪਰ ਉਸ ਤੋਂ ਬਾਅਦ ਉਸਨੇ ਲਾਡੀ ਨੂੰ ਬਾਹਰ ਨਹੀਂ ਬੁਲਾਇਆ, ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ, ਇਹ ਸਾਰੇ ਇਲਜ਼ਾਮ ਲੱਗੇ ਅਤੇ ਹੁਣ FIR ਦਰਜ ਹੋਣ ਤੋਂ ਬਾਅਦ ਇਸ ਕੇਸ ਦੇ ਵਿੱਚ ਉਹ ਚਾਹ ਰਹੇ ਸਨ ਕਿ ਜਲਦ ਹੀ ਇਨਸਾਫ ਮਿਲੇ।